एवरीवन वेलकम और वेलकम बैक टू माई चैनल BA ਸਮੈਸਟਰ 3 ਪੋਲੀਟੀਕਲ ਸਾਇੰਸ ਦੀ ਵੀਡੀਓ ਸੀਰੀਜ਼ ਦੇ ਵਿੱਚ ਸ਼ਾਰਟ ਕੁਐਸਚਨ ਸਟਾਰਟ ਕੀਤੇ ਹੋਏ ਨੇ ਆਪਾਂ ਕਿਹੜੇ ਇੰਪੋਰਟੈਂਟ ਸ਼ਾਰਟ ਕੁਐਸਚਨ ਹੈ ਜਿਹੜੇ ਆਪਾਂ ਪੇਪਰ ਦੇ ਵਿੱਚ ਤਿਆਰ ਕਰਕੇ ਜਾਣੇ ਆ। ਇਸ ਤੋਂ ਇਲਾਵਾ ਲੌਂਗ ਕੁਐਸਚਨਸ ਆਲਰੇਡੀ ਮੈਂ ਕਵਰ ਕਰਵਾ ਚੁੱਕੀ ਹਾਂ। ਜਿਹੜੇ ਵੀ ਵਿਦਿਆਰਥੀ ਬਾਰ-ਬਾਰ ਕਮੈਂਟ ਕਰਕੇ ਕਹਿ ਰਹੇ ਕਿ ਮੈਡਮ ਪੋਲੀਟੀਕਲ ਸਾਇੰਸ ਦਾ 3rd ਸੈਮ ਦਾ ਸਟਾਰਟ ਕਰ ਦਿਓ, ਤਾਂ ਆਲਰੇਡੀ ਆਪਾਂ ਕਰੀ ਹੋਈ ਹੈ ਅਤੇ ਪਲੇਲਿਸਟ ਆਲਰੇਡੀ ਬਣੀ ਹੋਈ ਹੈ। ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਿਨ ਹਮੇਸ਼ਾ ਕਰਦੀ ਹੁੰਦੀ ਹਾਂ, ਪਲੀਜ਼ ਉਹਨੂੰ ਦੇਖ ਲਿਆ ਕਰੋ। ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਬਿਕੋਜ਼ ਜਦੋਂ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਲੱਗਦਾ। ਬੈਲ ਆਈਕਨ ਨੂੰ ਪ੍ਰੈਸ ਕਰ ਲਓ, ਬਿਕੋਜ਼ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਹੋ ਜਾਂਦੇ ਨੇ। ਠੀਕ ਹੈ, ਸੋ ਲੌਂਗ ਕੁਐਸਚਨ ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ। ਕਿਹੜੇ ਇੰਪੋਰਟੈਂਟ ਕੌਨਸੈਪਟਸ ਨੇ ਜਿਹੜੇ ਕਿ ਪੇਪਰ 'ਚ ਆਣੇ ਬਣਦੇ ਨੇ, ਇਹ ਵੀ ਵੀਡੀਓਜ਼ ਮੈਂ ਪਾਈ ਹੋਈ ਹੈ, ਇਹਨੂੰ ਵੀ ਚੈੱਕਆਊਟ ਕਰਿਓ। ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਵੀ ਮੈਂ ਕੀਤੇ ਹੋਏ ਨੇ ਵੀਡੀਓ ਦੇ ਵਿੱਚ ਆਲਰੇਡੀ, ਤਾਂ ਉਹਨਾਂ ਨੂੰ ਵੀ ਚੈੱਕਆਊਟ ਕਰ ਲਿਓ। ਬਾਰ-ਬਾਰ ਕਮੈਂਟ ਇਹਨਾਂ ਚੀਜ਼ਾਂ ਦੇ ਉੱਤੇ ਹੀ ਆ ਰਹੇ ਨੇ। तो स्टार्ट करते हैं आज का वीडियो। भारतीय संघवाद की प्रकृति, नेचर ऑफ इंडियन फैडरलिज्म। भारतीय संविधान के कोई दो संघी विशेषतावां या फिर भारतीय संघात्मक राज है या फिर भारत के संघ दियां दो विशेषतावां। तो ये क्वेश्चन घुमा के पूछने हैं, लेकिन तुसी ये देखो कि संघी या संघ बारे कुछ पूछा जा रहा है तो क्वेश्चन यही होएगा। तो फस्ट ऑफ ऑल संघी तत्त मौजूद है क्योंकि भारत के शक्तियों की वंड की गई है केंद्र और राज्य के। तो संघ देश उही हुंदा है। संविधान में संघ वर्ड उस लिए यूज़ किया जाता है जो केंद्र और राज के जड़ियाँ शक्तियाँ वड्डियां जांदियां। तो अपने इत्थे ये देश के इसी चीज़ को फॉलो किया जाता, तां करके एक फैडरल स्टेट है। ठीक है, इन्हां शक्तियों को 3 विषय वंडिया गया, संघ सूची, राज सूची, संवर्ती सूची। लिखती संविधान, हुण भारत का संविधान लिखती है, तो ये शक्तियों का वर्णन केंद्र और प्रांतां दी दोनों का स्पष्ट किया गया है, अते भारत का संविधान भी लिखती है। दूजी गल हैगी है कि वर्तमान समय इन्होंने कहा कि 395 अनुच्छेद है, 12 अनुसूचियां। तो मैनूं कॉमेंट करके दस्सिओ कि की ये सही है अते नहीं, तो ये किन्नियां जिहड़ियां ने किन्ने अनुच्छेद है तो किन्नियां अनुसूचियां ने। ठीक है, फटाफट मैनूं कॉमेंट करके दसो। हुण इन्होंने अगला क्वेश्चन पूछा, भारत संघ होंदे होए भी इसकी भावना एकात्मक है। हुण देखो, संघ का मतलब की है कि दो शक्तियां ने, एकात्मक मतलब एक शक्ति। तो की ये कन्फ्यूजन का की रीजन है, तो आपां हुण समझदे आ। भारतीय संविधान का ढांचा संघात्मक है। केंद्र जिहड़ी हैगी है ਉਹ ਉਸਦੇ ਕੋਲ ਸ਼ਕਤੀਆਂ ਬਹੁਤ ਜ਼ਿਆਦਾ ਨੇ, ਹਾਈ ਸੈਂਸਿਟਿਵ ਸ਼ਕਤੀਆਂ ਜਿਹੜੀਆਂ ਨੇ ਉਸਦੇ ਕੋਲ ਹੈ। ਠੀਕ ਹੈ, ਨਾਲ ਹੀ ਰਾਜਾਂ ਨੂੰ ਵੀ ਜਿਹੜਾ ਹੈ ਸ਼ਕਤੀਆਂ ਪ੍ਰਾਪਤ ਨੇ, ਇਸ ਕਰਕੇ ਇਹ ਸੰਘਾਤਮਕ ਢਾਂਚਾ ਹੈ। ਪਰ ਇਹਦੀ ਭਾਵਨਾ ਇਕਾਤਮਕ ਹੈ ਕਿਉਂਕਿ ਜਦੋਂ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ ਤਾਂ ਰਾਸ਼ਟਰਪਤੀ ਰਾਜ ਲੱਗ ਜਾਂਦਾ ਹੈ ਨਾ, ਆਪਾਂ ਨੂੰ ਪਤਾ ਹੈ। ਤਾਂ ਕਿਉਂਕਿ ਜਿਹੜਾ ਰਾਸ਼ਟਰਪਤੀ ਹੁੰਦਾ ਇਹ ਕੇਂਦਰੀ ਸਰਕਾਰ ਦਾ ਏਜੰਟ ਹੁੰਦਾ ਤੇ ਇਹ ਉਸ ਟਾਈਮ ਕੰਮ ਕਰਦਾ। ਹੋਰ ਵੀ ਕਾਫੀ ਸਾਰੇ ਕਮਾਂਡ ਜਿਹੜੀ ਹੁੰਦੀ ਹੈ ਰਾਸ਼ਟਰਪਤੀ ਕੋਲੇ ਹੁੰਦੀ ਹੈ, ਤਾਂ ਕੇਂਦਰ ਦੇ ਕੋਲੇ ਕੁਝ ਜ਼ਿਆਦਾ ਸ਼ਕਤੀ, ਇਸ ਕਰਕੇ ਜਿਹੜੀ ਹੈਗੀ ਆ ਇਸ ਦੀ ਭਾਵਨਾ ਇਕਾਤਮਕ ਹੈ। ਭਾਰਤੀ ਸੰਵਿਧਾਨ ਦੇ ਵਿੱਚ ਸੰਘਾਤਮਕ ਲੱਛਣ ਪਾਏ ਜਾਂਦੇ ਆ, ਜੋ ਕਿ ਲਿਖਤੀ ਕਠੋਰ ਸੰਵਿਧਾਨ 'ਚ ਹੁੰਦੇ ਨੇ। ਸ਼ਕਤੀਆਂ ਦੀ ਵੰਡ ਵੀ ਹੈਗੀ ਹੈ, ਸੰਵਿਧਾਨ ਦੀ ਸਰਵਉੱਚਤਾ ਵੀ ਹੈਗੀ ਹੈ, ਕਿਉਂਕਿ ਇਸ ਦੇ ਵਿੱਚ ਜਿਹੜਾ ਹੈਗਾ ਸੰਘਾਤਮਕ ਲੱਛਣ 'ਚ ਇਹੀ ਕੁਝ ਹੁੰਦਾ ਕਿ ਲਿਖਤੀ ਕਠੋਰ ਸੰਵਿਧਾਨ ਹੁੰਦਾ, ਸ਼ਕਤੀਆਂ ਦੀ ਵੰਡ ਹੁੰਦੀ ਹੈ ਕੇਂਦਰ ਅਤੇ ਰਾਜਾਂ ਦੇ ਵਿੱਚ, ਸੰਵਿਧਾਨ ਦੀ ਸਰਵਉੱਚਤਾ ਹੁੰਦੀ ਹੈ ਜੋ ਕਿ ਭਾਰਤ 'ਚ ਹੈਗੀ ਹੈ, ਸੁਤੰਤਰ ਨਿਆਂਪਾਲਿਕਾ ਜੋ ਕਿ ਭਾਰਤ 'ਚ, ਇਹ ਸਭ ਸਾਰੇ ਲੱਛਣ ਹੁੰਦੇ ਆ। ਲੇਕਿਨ ਇਕਾਤਮਕ ਤੱਤ ਵੀ ਹੈ, ਕਿਉਂ? ਕਿਉਂਕਿ ਭਾਰਤ ਦੀ ਸੰਵਿਧਾਨ ਦੀ ਆਤਮਾ ਇਕਾਤਮਕ ਹੈ। ਸਾਰੇ ਦੇਸ਼ ਲਈ ਇੱਕ ਸੰਵਿਧਾਨ ਹੈ। ਠੀਕ ਹੈ, ਫਿਰ ਇਕਹਿਰੀ ਨਾਗਰਿਕਤਾ ਵੀ ਪ੍ਰਾਪਤ ਹੈ ਕਿਉਂਕਿ ਆਪਾਂ ਸਾਰੇ ਭਾਰਤ ਦੇ ਨਾਗਰਿਕ ਹੋਣੇ ਆ, ਹੈ ਨਾ। ਤਾਂ ਇਕਹਿਰੀ ਨਾਗਰਿਕਤਾ ਸਾਰਿਆਂ ਨੂੰ, ਐਦਾਂ ਨਹੀਂ ਇਹ ਪੰਜਾਬ ਦਾ ਕੋਈ ਹਰਿਆਣਾ ਦਾ ਅਲੱਗ-ਅਲੱਗ ਨਾਗਰਿਕਤਾ ਨਹੀਂ, ਭਾਰਤ ਦੀ ਨਾਗਰਿਕਤਾ ਹੈ। ਅਤੇ ਰਾਜਾਂ ਦੇ ਰਾਜਪਾਲ ਨੂੰ, ਗਵਰਨਰਾਂ ਨੂੰ ਕਿਉਂ ਨਿਯੁਕਤ ਕਰਦਾ ਹੈਗਾ? ਰਾਸ਼ਟਰਪਤੀ। ਤਾਂ ਇਹ ਵੀ ਕੀ ਹੈਗਾ? ਇਕਾਤਮਕਤਾ ਦਾ ਲੱਛਣ ਹੈ। ਰਾਸ਼ਟਰਪਤੀ ਕੇਂਦਰੀ ਸਰਕਾਰ ਦੇ ਏਜੰਟ ਦੇ ਰੂਪ 'ਚ ਕੰਮ ਕਰਦਾ, ਇਹ ਵੀ ਇਕਾਤਮਕਤਾ ਦਾ ਲੱਛਣ ਹੈ। ਤਾਂ ਸੰਕਟ ਕਾਲ ਵਿੱਚ ਦੇਸ਼ ਦਾ ਦੇਖੋ ਸੰਘਾਤਮਕ ਢਾਂਚਾ ਇਕਾਤਮਕ ਢਾਂਚੇ ਦੇ ਵਿੱਚ ਵੀ ਬਦਲਿਆ ਜਾਂਦਾ ਹੈ। ਤਾਂ ਇਸ ਕਰਕੇ ਜਿਹੜਾ ਹੈ ਸੰਵਿਧਾਨ ਵਿੱਚ ਕਿਸੇ ਸੰਸ਼ੋਧਨ ਦੀ ਜ਼ਰੂਰਤ ਵੀ ਜਿਹੜੀ ਹੈ ਇਸ ਚੀਜ਼ ਲਈ ਨਹੀਂ ਹੁੰਦੀ। ਇਕਹਿਰੀ ਨਿਆਂ ਵਿਵਸਥਾ, ਇਕਹਿਰੀ ਨਿਆਂ ਵਿਵਸਥਾ ਮਤਲਬ ਸਾਰੀਆਂ ਕੋਰਟਸ ਜਿਹੜੀਆਂ ਨੇ ਆਨਸਰੇਬਲ ਨੇ ਸੁਪਰੀਮ ਕੋਰਟ ਦੇ। ਠੀਕ ਹੈ, ਤਾਂ ਉਹ ਵੀ ਇਕਹਿਰੀ ਇਕਾਤਮਕਤਾ ਹੈ ਕਿਉਂਕਿ ਸਾਰਿਆਂ ਉਸਦੇ ਅੰਡਰ ਨੇ, ਤਾਂ ਇਸ ਕਰਕੇ ਜਿਹੜੀ ਹੈ ਇਕਾਤਮਕਤਾ ਹੁੰਦੀ ਹੈ। ਭਾਰਤੀ ਸੰਵਿਧਾਨ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਸੰਪੂਰਨ ਭਾਰਤ ਦੇ ਵਿੱਚ ਇੱਕ ਹੀ ਚੋਣ ਆਯੋਗ ਹੈ। ਠੀਕ ਹੈ, ਤਾਂ ਇਹ ਵੀ ਇਕਾਤਮਕਤਾ ਦਾ ਪ੍ਰਤੀਕ ਹੈ। ਤਾਂ ਕਹਿਣ ਦਾ ਮਤਲਬ ਸੰਘਾਤਮਕ ਢਾਂਚਾ ਤਾਂ ਹੈ, ਪਰ ਇਕਾਤਮਕ ਚੀਜ਼ ਵੀ ਜਿਹੜੀ ਹੈਗੀ ਇਸ 'ਚ ਪਾਈ ਜਾਂਦੀ ਹੈ, ਇਕਾਤਮਕਤਾ ਤੱਤ ਵੀ ਪਾਇਆ ਜਾਂਦਾ ਹੈ। ਕੇਂਦਰ ਦੀ ਜ਼ਰੂਰਤ ਕਿਉਂ ਹੈਗੀ ਹੈ, ਕੀ ਕਾਰਨ ਨੇ ਭਾਰਤ ਦੇ ਅੰਦਰ? ਇੱਕ ਤਾਂ ਦੇਸ਼ ਦੀਆਂ ਬਹੁਤ ਸਾਰੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਕੇਂਦਰ ਦੀ ਵਿਵਸਥਾ ਕੀਤੀ ਗਈ ਹੈ। ਆਰਥਿਕ ਵਿਕਾਸ, ਇਕਨੋਮਿਕਲ ਜਿਹੜੀ ਹੈ ਡਿਵੈਲਪਮੈਂਟ ਲਈ ਵੀ ਜਿਹੜਾ ਹੈ ਕੇਂਦਰ ਰਿਸਪੌਂਸੀਬਲ ਹੁੰਦਾ, ਸੋ ਤਾਂ ਕਰਕੇ ਇਸ ਦੀ ਵਿਵਸਥਾ ਹੈ। ਕੇਂਦਰੀ ਸਰਕਾਰ ਜਿਹੜੀ ਹੁੰਦੀ ਹੈ
ਸ਼ਕਤੀਸ਼ਾਲੀ ਜਿਹੜੀ ਹੁੰਦੀ ਹੈ, ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਸ ਨੂੰ ਸ਼ਕਤੀਸ਼ਾਲੀ ਕਰਨ ਦੀ। ਨਾਲ ਹੀ ਹੈ ਕਿ ਦੇਸ਼ ਦੀ ਸੁਰੱਖਿਆ ਦੇ ਪ੍ਰਤੀ ਵੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਕੇਂਦਰ ਸਰਕਾਰ ਦੀ ਹੁੰਦੀ ਹੈ, ਤਾਂ ਕਰਕੇ ਇਹ ਜ਼ਰੂਰੀ ਤੱਤ ਹੈ। ਇਕਾਤਮਕਤਾ ਦੇ ਲੱਛਣ ਦੱਸੋ ਭਾਰਤ ਦੇ ਸੰਵਿਧਾਨ ਦੇ ਵਿੱਚ, ਕਿ ਕਿੱਦਾਂ ਜਿਹੜਾ ਹੈ ਇਕਾਤਮਕ ਲੱਛਣ ਵੀ ਇਹਦੇ ਵਿੱਚ ਪਾਏ ਜਾਂਦੇ ਆ। ਫਸਟ ਆਫ ਆਲ ਤਾਂ ਸ਼ਕਤੀਆਂ ਦੀ ਵੰਡ ਕੇਂਦਰ ਦੇ ਪੱਖ 'ਚ ਜ਼ਿਆਦਾ, ਕਿਉਂਕਿ ਬਹੁਤ ਜ਼ਿਆਦਾ ਸ਼ਕਤੀਆਂ ਕੇਂਦਰ ਕੋਲ ਹੈ। ਰਾਜਪਾਲਾਂ ਦੀ ਨਿਯੁਕਤੀ ਵੀ ਰਾਸ਼ਟਰਪਤੀ ਕਰਦਾ ਹੈ, ਜੋ ਕਿ ਕਿਸ ਦਾ ਪ੍ਰਤੀਕ ਹੈ, ਕੇਂਦਰ ਰਾਜ ਦਾ ਇੱਕ ਏਜੰਟ ਦੇ ਤੌਰ ਤੇ ਕੰਮ ਕਰਦਾ ਹੈ। ਇਕਹਿਰੀ ਨਾਗਰਿਕਤਾ ਹੈਗੀ ਹੈ, ਕਿਉਂਕਿ ਸਾਰੇ ਭਾਰਤ ਦੇ ਲੋਕ ਜਿਹੜੇ ਨੇ ਇਕਹਿਰੀ ਹੀ ਨਾਗਰਿਕਤਾ ਇਹਨਾਂ ਨੂੰ ਪ੍ਰਦਾਨ ਕੀਤੀ ਗਈ ਹੈ। ਇਕਹਿਰੀ ਨਿਆਂ ਵਿਵਸਥਾ ਵੀ ਹੈਗੀ ਹੈ, ਕਿਉਂਕਿ ਸਾਰੀਆਂ ਅਦਾਲਤਾਂ ਸਰਵਉੱਚ ਅਦਾਲਤ ਦੇ ਅਧੀਨ ਕੰਮ ਕਰਦੀਆਂ, ਤੇ ਸਰਵਉੱਚ ਅਦਾਲਤ ਜਿਹੜੀ ਹੈ ਸੁਪਰੀਮ ਕੋਰਟ ਸਾਰਿਆਂ ਤੋਂ ਉੱਪਰ ਹੈ ਨਿਆਂ ਵਿਵਸਥਾ 'ਚ, ਠੀਕ ਹੈ। ਸੋ ਤਾਂ ਕਰਕੇ ਇਕਹਿਰੀ ਨਿਆਂ ਵਿਵਸਥਾ ਹੈ। ਭਾਰਤੀ ਸੰਘਵਾਦ ਦੇ ਨਵੇਂ ਝੁਕਾਵਾਂ ਦੇ 2 ਲੱਛਣ। ਨਵੇਂ ਝੁਕਾਅ ਮਤਲਬ ਨਵੀਆਂ ਜਿਹੜੀਆਂ ਚੀਜ਼ਾਂ ਨੇ, ਕਿਹੜੀਆਂ ਨਵੇਂ ਆਸਪੈਕਟਸ ਜਿਹੜੇ ਨੇ ਇਹਦੇ ਵਿੱਚ ਇੰਟਰੋਡਿਊਸ ਹੋ ਰਹੇ ਨੇ। ਫਸਟ ਆਫ ਆਲ ਤਾਂ ਸੰਵਿਧਾਨ ਨਿਰਮਾਤਾ ਨੇ ਸੰਘਵਾਦ ਦੇ ਨਾਲ ਕੇਂਦਰ ਨੂੰ ਬਹੁਤ ਸ਼ਕਤੀਸ਼ਾਲੀ ਬਣਾਇਆ, ਪਰ 1967 ਦੇ ਬਾਅਦ ਰਾਜਾਂ ਨੂੰ, ਕਿਉਂਕਿ ਰਾਜ ਜਿਹੜੇ ਨੇ ਆਪਣੇ ਅਕੋਰਡਿੰਗ ਕੰਮ ਕਰਦੇ ਨੇ, ਕਾਫੀ ਸਾਰੀਆਂ ਸ਼ਕਤੀਆਂ ਉਹਨਾਂ ਕੋਲ ਹੈ, ਪਰ ਇਹ ਕਹਿ ਰਹੇ ਨੇ ਰਾਜ ਕਿ ਵੀ ਸਾਨੂੰ ਜਿਹੜਾ ਹੈ ਅਧਿਕਾਰ ਜਿਹੜਾ ਹੈ ਦਿੱਤਾ ਜਾਵੇ। ਪਿਛਲੇ 45 ਸਾਲਾਂ ਤੋਂ ਰੀਜਨਲ ਜਿਹੜੇ ਦਲ ਨੇ, ਰੀਜਨਲ ਪਾਰਟੀਜ਼, ਖੇਤਰੀ ਦਲ ਨੇ, ਉਹ ਵੀ ਸਰਕਾਰ ਸਥਾਪਿਤ ਕਰ ਰਹੇ ਨੇ, ਤਾਂ ਉਹ ਵੀ ਕਹਿੰਦੇ ਨੇ ਕਿ ਜਿਹੜਾ ਹੈ ਕੇਂਦਰ ਅਤੇ ਜਿਸ ਕਰਕੇ ਖੇਤਰੀ ਦਲ ਕੇਂਦਰ ਅਤੇ ਰਾਜਾਂ ਦੇ ਪੁਨਰਗਠਨ ਦੀ ਜਿਹੜੀ ਹੈਗੀ ਹੈ ਮੰਗ ਕਰਦੇ ਨੇ। ਭਾਰਤ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਵਿਸ਼ਿਆਂ ਦੀ ਵੰਡ ਕਿਵੇਂ ਕੀਤੀ ਗਈ ਹੈ, ਜਾਂ ਫਿਰ ਕੇਂਦਰੀ ਸੂਚੀ ਸਮਵਰਤੀ ਸੂਚੀ ਬਾਰੇ ਤੁਸੀਂ ਕੀ ਸਮਝਦੇ ਹੋ? ਤਾਂ ਸੰਘ ਰਾਜਾਂ ਦੇ ਵਿਧਾਇਕ ਸੰਬੰਧਾਂ ਦਾ ਸੰਚਾਲਨ ਜਿਹੜਾ ਹੈ ਉਹਨਾਂ 3 ਸੂਚੀਆਂ ਦੇ ਆਧਾਰ ਤੇ ਹੁੰਦਾ, ਸੰਘ ਸੂਚੀ, ਰਾਜ ਸੂਚੀ, ਸਮਵਰਤੀ ਸੂਚੀ। ਤਾਂ ਇਹ 3 ਸੂਚੀਆਂ ਦੇ ਅਕੋਰਡਿੰਗ ਜਿਹੜਾ ਹੈ ਸੰਘ ਦਾ ਕੰਮ ਹੁੰਦਾ ਹੈ। ਫਸਟ ਆਫ ਆਲ ਤਾਂ ਸੰਘ ਸੂਚੀ, ਜਿਸ 'ਚ 100 ਵਿਸ਼ੇ ਨੇ, ਅਤੇ ਕਾਨੂੰਨ ਬਣਾਉਣ ਦਾ ਜਿਹੜੇ ਮਹੱਤਵਪੂਰਨ ਵਿਸ਼ੇ ਨੇ ਉਹਨਾਂ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਜਿਹੜਾ ਹੈ ਸੰਸਦ ਨੂੰ ਪ੍ਰਾਪਤ ਹੈ। ਯੁੱਧ ਰਿਲੇਟਡ, ਸ਼ਾਂਤੀ, ਹਾਈ ਸੈਂਸਿਟਿਵ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਡਾਕਟਰ ਹੋ ਗਿਆ, ਸਿਕਿਉਰਿਟੀ ਹੋ ਗਈ, ਕਰੰਸੀ ਜਿਹੜੀ ਹੁੰਦੀ ਹੈ ਨਾ, ਇਸ ਦੇ ਰਿਲੇਟਡ ਜਿਹੜਾ ਹੈ ਕੰਮ ਸੰਘ ਸੂਚੀ, ਇਹ ਜਿਹੜੇ ਟੌਪਿਕਸ ਨੇ ਇਹ ਸੰਘ ਸੂਚੀ ਦੇ ਅੰਦਰ ਜਿਹੜੇ ਨੇ ਉਹ ਇਨਕਲੂਡ ਆ। ਰਾਜ ਸੂਚੀ ਕਿਹੜੀ ਹੈ, ਜਿਸ 'ਚ 61 ਵਿਸ਼ੇ ਨੇ, ਅਤੇ ਇਹਨਾਂ ਵਿਸ਼ਿਆਂ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ ਰਾਜਾਂ ਦੇ ਵਿਧਾਨ ਮੰਡਲਾਂ ਕੋਲ ਹੈ। ਫੋਰ ਐਗਜ਼ਾਮਪਲ, ਰਾਜਾਂ ਦੇ ਵਿੱਚ ਆਪਣੇ ਰਾਜ ਦੇ ਅੰਦਰ ਸਰਵਜਨਕ ਵਿਵਸਥਾ ਕਰਨੀ ਹੈ, ਪੁਲਿਸ ਦਾ ਵਿਵਸਥਾ ਕਰਨੀ ਹੈ, ਜੇਲ੍ਹ ਵਿਵਸਥਾ ਕਰਨੀ ਹੈਗੀ ਹੈ, ਸਥਾਨਕ ਸਰਕਾਰ, ਲੋਕਲ ਜਿਹੜੀਆਂ ਨੇ ਲੋਕਲ ਬੋਡੀਜ਼ ਦੀ ਗਵਰਨਮੈਂਟ ਬਣਾਉਣੀ ਹੈਗੀ ਹੈ, ਸੜਕ ਬਣਾਉਣੀ ਹੈ, ਪੁੱਲ ਬਣਾਉਣੇ ਨੇ, ਠੀਕ ਹੈ। ਸੋ ਇਹ ਸਾਰਾ ਕੰਮ ਰਾਜ ਸੂਚੀ 'ਚ ਹੁੰਦਾ ਹੈ, ਜਿਹੜਾ ਰਾਜਾ ਰਿਲੇਟਡ ਹੁੰਦਾ। ਸਮਵਰਤੀ ਸੂਚੀ ਜਿਹੜੀ ਹੈਗੀ ਇਸ 'ਚ 52 ਵਿਸ਼ੇ ਨੇ, ਅਤੇ ਨਿਆਂ, ਸਮਾਚਾਰ ਪੱਤਰ, ਪੁਸਤਕਾਂ, ਛਾਪਾਖਾਨਾ, ਬਿਜਲੀ ਆਦਿ, ਇਹ ਸਾਰੇ ਵਿਸ਼ੇ ਜਿਹੜੇ ਹੁੰਦੇ ਨੇ ਸਮਵਰਤੀ ਸੂਚੀ ਦੇ ਵਿੱਚ ਜਿਹੜੇ ਹੁੰਦੇ ਨੇ ਇਨਕਲੂਡਡ ਆ। ਇਹਨਾਂ ਵਿਸ਼ਿਆਂ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਕੇਂਦਰ ਅਤੇ ਰਾਜ ਦੋਨਾਂ ਨੂੰ ਹੁੰਦਾ, ਠੀਕ ਹੈ। ਰਾਜ ਸਵਾਧੀਨਤਾ ਜਾਂ ਫਿਰ ਰਾਜਾਂ ਦੀ ਖੁਦ ਮੁਖਤਿਆਰੀ ਤੋਂ ਕੀ ਭਾਵ ਹੈ? ਤਾਂ ਸੰਘੀ ਸ਼ਾਸਨ ਪ੍ਰਣਾਲੀ ਵਿੱਚ ਸੰਵਿਧਾਨ ਦੇ ਅਧੀਨ ਕੇਂਦਰ ਅਤੇ ਇਸ ਦੀਆਂ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ। ਰਾਜਾਂ ਦੀ ਖੁਦ ਮੁਖਤਿਆਰੀ ਤੋਂ ਕੀ ਭਾਵ ਹੈ ਕਿ ਇਸ ਦਾ ਅਰਥ ਹੈ ਸੰਘ ਦੀਆਂ ਇਕਾਈਆਂ ਨੂੰ ਆਪਣੇ ਅੰਦਰੂਨੀ ਖੇਤਰ ਵਿੱਚ ਆਪਣੀਆਂ ਸ਼ਕਤੀਆਂ ਵਰਤੋਂ ਕਰਨ ਦੀ ਖੁਦ ਮੁਖਤਿਆਰੀ ਹੋਣੀ ਚਾਹੀਦੀ ਹੈ। ਫੋਰ ਐਗਜ਼ਾਮਪਲ, ਪੰਜਾਬ 'ਚ ਅਗਰ ਕੁਝ ਹੋ ਰਿਹਾ ਤਾਂ ਪੰਜਾਬ ਨੂੰ ਇਸ ਚੀਜ਼ ਦੀ ਮੁਖਤਿਆਰੀ ਹੋਣੀ ਚਾਹੀਦੀ ਹੈ ਕਿ ਆਪਣੇ ਅੰਦਰੂਨੀ ਖੇਤਰ 'ਚ ਪੂਰੇ ਪੰਜਾਬ ਰਾਜ ਵਿੱਚ ਆਪਣੀਆਂ ਸ਼ਕਤੀਆਂ ਵਰਤੋਂ ਕਰ ਲਵੇ। ਜਿਹੜੀਆਂ ਸ਼ਕਤੀਆਂ ਰਾਜਾਂ ਨੂੰ ਸੰਵਿਧਾਨ ਦੁਆਰਾ ਦਿੱਤੀਆਂ ਗਈਆਂ ਹੁੰਦੀਆਂ ਨੇ, ਕੇਂਦਰ ਨੂੰ ਉਸ ਦੇ ਵਿੱਚ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ, ਤਾਂ ਇਹਨੂੰ ਆਟੋਨੋਮੀ ਆਫ ਦ ਸਟੇਟਸ ਕਿਹਾ ਜਾਂਦਾ ਹੈ। ਸੰਸਦ ਰਾਜ ਸੂਚੀ ਵਿੱਚ ਦਿੱਤੇ ਗਏ ਵਿਸ਼ਿਆਂ ਦੇ ਉੱਤੇ ਕਦੋਂ ਕਾਨੂੰਨ ਬਣਾ ਸਕਦੀ ਹੈ? ਤਾਂ ਕੁਝ ਹਾਲਤਾਂ 'ਚ ਬਣਾ ਸਕਦੀ ਹੈ। ਫਸਟ ਆਫ ਆਲ ਤਾਂ ਜੇ ਰਾਜ ਸਭਾ ਸੂਚੀ ਦੇ ਕਿਸੇ ਵੀ ਵਿਸ਼ੇ ਨੂੰ ਕੌਮੀ ਮਹੱਤਵ ਦਾ ਵਿਸ਼ਾ ਐਲਾਨ ਕਰ ਦਿੱਤਾ ਜਾਵੇ ਤਾਂ ਉਸ ਵਿਸ਼ੇ ਤੇ ਕਾਨੂੰਨ ਬਣਾ ਸਕਦੀ ਹੈ। ਸੰਕਟ ਕਾਲ ਦੀ ਘੋਸ਼ਣਾ ਦੇ ਵਿੱਚ ਸੰਸਦ ਜਿਹੜੀ ਹੈ ਰਾਜ ਸੂਚੀ ਦੇ ਵਿਸ਼ੇ ਤੇ ਕਾਨੂੰਨ ਬਣਾ ਸਕਦੀ ਹੈ। 2 ਜਾਂ 2 ਤੋਂ ਵੱਧ ਰਾਜਾਂ ਦੇ ਵਿਧਾਨ ਮੰਡਲਾਂ ਦੀ ਪ੍ਰਾਰਥਨਾ ਦੇ ਉੱਤੇ ਸੰਸਦ ਉਹਨਾਂ ਰਾਜਾਂ ਲਈ ਕਾਨੂੰਨ ਬਣਾ ਸਕਦੀ ਹੈ। ਵਿਦੇਸ਼ੀ ਸੰਧੀ ਹੋ ਗਈ, ਸਮਝੌਤਾ ਹੋ ਗਿਆ, ਉਸਨੂੰ ਲਾਗੂ ਕਰਨ ਲਈ ਜਿਹੜੀ ਹੈ ਇਹ ਕਾਨੂੰਨ ਬਣਾਏ ਜਾ ਸਕਦੇ ਨੇ। ਜਦੋਂ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਉਦੋਂ ਵੀ ਸੰਸਦ ਜਿਹੜੀ ਹੈ ਰਾਜ ਸੂਚੀ ਦੇ ਵਿਸ਼ੇ ਤੇ ਕਾਨੂੰਨ ਬਣਾ ਸਕਦੀ ਹੈ। ਹੁਣ ਵਿੱਤ ਕਮਿਸ਼ਨ, ਫਾਈਨਾਂਸ ਕਮਿਸ਼ਨ ਦੇ ਬਾਰੇ ਤੁਸੀਂ ਕੀ ਜਾਣਦੇ ਹੋ? ਤਾਂ ਸੰਵਿਧਾਨ ਦੇ ਅਨੁਛੇਦ 280 ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਦੇਸ਼ ਦੀ ਆਰਥਿਕ ਹਾਲਤ ਦੇ ਅਧਿਐਨ ਲਈ ਸਮੇਂ-ਸਮੇਂ ਤੇ ਸਾਡੇ ਜਿਹੜੇ ਰਾਸ਼ਟਰਪਤੀ ਨੇ ਇੱਕ ਵਿੱਤ ਆਯੋਗ ਦੀ ਨਿਯੁਕਤੀ ਕਰਨਗੇ, ਕਿਉਂਕਿ ਹਰੇਕ ਟਾਈਮ ਜਿਹੜਾ ਹੈ ਸਾਨੂੰ ਇਕਨੋਮਿਕ ਡਿਵੈਲਪਮੈਂਟ ਜਿਹੜੀ ਹੈ, ਇਕਨੋਮਿਕ ਕੰਡੀਸ਼ਨ ਸੁਧਾਰਨ ਲਈ ਜਿਹੜੀ ਹੈਗੀ ਹੈ
ਵਿੱਤ ਕਮਿਸ਼ਨ ਦੀ ਲੋੜ ਪੈਂਦੀ ਹੈ ਤਾਂ ਟਾਈਮ ਟੂ ਟਾਈਮ ਜਦੋਂ ਵੀ ਲੋੜ ਹੋਵੇ ਤਾਂ ਸਾਡੇ ਰਾਸ਼ਟਰਪਤੀ ਜਿਹੜੇ ਵੀ ਉਸ ਟਾਈਮ ਹੈਗੇ ਨੇ ਵਿੱਤ ਆਯੋਗ ਦੀ ਨਿਯੁਕਤੀ ਕਰਨ। ਅਤੇ ਸੰਵਿਧਾਨ ਵਿੱਚ ਵੀ ਲਿਖਿਆ ਕਿ ਇਸ ਸੰਵਿਧਾਨ ਦੇ ਲਾਗੂ ਹੋਣ ਨਾਲ 2 ਸਾਲ ਦੇ ਸਮੇਂ ਦੇ ਅੰਦਰ ਰਾਸ਼ਟਰਪਤੀ ਇੱਕ ਵਿੱਤ ਆਯੋਗ ਦੀ ਸਥਾਪਨਾ ਕਰਨਗੇ, ਜਿਸ ਦਾ ਇੱਕ ਸਭਾਪਤੀ ਹੋਏਗਾ, 4 ਹੋਰ ਮੈਂਬਰ ਹੋਣਗੇ। ਵਿੱਤ ਆਯੋਗ ਹਰ ਸਾਲ ਹਰ 5 ਸਾਲਾਂ ਬਾਅਦ ਨਿਯੁਕਤ ਕੀਤਾ ਜਾਏਗਾ, ਮਤਲਬ ਟਾਈਮ ਟੂ ਟਾਈਮ, ਕੋਈ ਵੀ ਟਾਈਮ ਇੰਟਰਵਲ ਹੈ 3 ਸਾਲ ਅਗਰ ਸਰਕਾਰ ਚੱਲਦੀ ਹੈ ਕੋਈ ਵੀ, ਹੈ ਨਾ, ਤਾਂ 3 ਸਾਲ ਹੀ, ਮਤਲਬ ਕਹਿਣ ਦਾ ਮਤਲਬ 5 ਸਾਲ ਤਾਂ ਹੈ ਹੀ ਹੈ। ਅਗਰ ਇਸ ਤੋਂ ਪਹਿਲਾਂ ਭੰਗ ਹੋ ਜਾਂਦੀ ਹੈ ਤਾਂ ਮਤਲਬ ਉਹ ਚੀਜ਼ ਖਾਰਿਜ ਹੋ ਜਾਏਗੀ। ਲੇਕਿਨ 5 ਸਾਲ ਜਿਹੜਾ ਹੈ, 5 ਸਾਲਾਂ ਬਾਅਦ ਜਦੋਂ ਵੀ ਰਾਸ਼ਟਰਪਤੀ ਆਏਗਾ ਉਸ ਤੋਂ ਉਹ ਆਪਣੇ ਅਕੋਰਡਿੰਗ ਜਿਹੜਾ ਹੈ ਆਯੋਗ ਬਣਾਏਗਾ ਅਤੇ ਯੋਗਤਾਵਾਂ ਉਸਦੀ ਨਿਯੁਕਤੀ ਦਾ ਤਰੀਕਾ ਜਿਹੜਾ ਹੈ ਨਿਸ਼ਚਿਤ ਕਰੇਗਾ। ਅਰਧ ਸੰਘਾਤਮਕ ਪ੍ਰਣਾਲੀ ਤੋਂ ਕੀ ਭਾਵ ਹੈ? ਇੰਪੋਰਟੈਂਟ ਇਹ ਵੀ ਕੁਐਸਚਨ ਹੈ। ਅਰਧ ਸੰਘਾਤਮਕ ਦਾ ਅਰਥ ਹੈ, ਅਰਧ ਮਤਲਬ ਅੱਧਾ, ਸੰਘ ਅਤੇ ਰਾਜਾਂ ਦੀਆਂ ਸ਼ਕਤੀਆਂ ਦੀ ਵੰਡ ਤਾਂ ਕੀਤੀ ਗਈ ਹੋਵੇ ਪਰ ਰਾਜ ਘੱਟ ਸ਼ਕਤੀਸ਼ਾਲੀ ਹੋਣ, ਕੇਂਦਰ ਵੱਧ ਸ਼ਕਤੀਸ਼ਾਲੀ ਹੋਵੇ, ਤਾਂ ਉਹਨੂੰ ਅਰਧ ਸੰਘਾਤਮਕ ਦਾ ਨਾਮ ਦਿੱਤਾ ਜਾਂਦਾ, ਕਿਉਂਕਿ ਭਾਰਤ ਦੇ ਵਿੱਚ ਕੇਂਦਰ ਪ੍ਰਾਂਤਾਂ ਤੋਂ ਬਹੁਤ ਸ਼ਕਤੀਸ਼ਾਲੀ ਹੈ, ਤਾਂ ਇਸ ਨੂੰ ਜਿਹੜਾ ਹੈ ਆਪਾਂ ਅਰਧ ਸੰਘਾਤਮਕ ਪ੍ਰਣਾਲੀ ਵੀ ਕਹਿ ਸਕਦੇ ਹਾਂ। ਤਾਂ ਭਾਰਤ ਦਾ ਨਵਾਂ ਸੰਵਿਧਾਨ ਅਜਿਹੀ ਸ਼ਾਸਨ ਵਿਵਸਥਾ ਨੂੰ ਜਨਮ ਦਿੰਦਾ ਹੈ ਜਿਹੜੇ ਵਿੱਚ ਸਭ ਤੋਂ ਆਪਾਂ ਕਹਿ ਸਕਦੇ ਹਾਂ ਵੱਧ ਤੋਂ ਵੱਧ ਅਰਧ ਸੰਘੀ ਹੈ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਸੰਘਾਤਮਕ ਪੂਰਾ ਪ੍ਰੋਪਰ ਸੰਘਾਤਮਕ ਵਾਲੇ ਲੱਛਣ ਨਹੀਂ ਹੈ, ਅਰਧ ਸੰਘਾਤਮਕ ਵਾਲੇ ਲੱਛਣ ਹੈ। ਕਿਹੜੇ ਆਧਾਰਾਂ ਤੇ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਂਦਾ ਹੈ? ਤਾਂ ਸੰਵਿਧਾਨ ਦੇ ਅਨੁਛੇਦ 356 ਦੇ ਅਨੁਸਾਰ ਜਦੋਂ ਰਾਸ਼ਟਰਪਤੀ ਨੂੰ ਗਵਰਨਰ ਦੀ ਰਿਪੋਰਟ ਜਾਂ ਕਿਸੇ ਹੋਰ ਸੋਮੇ ਦੇ ਆਧਾਰ ਤੇ ਵਿਸ਼ਵਾਸ ਹੋ ਜੇ ਕਿ ਰਾਜ ਦਾ ਸ਼ਾਸਨ ਸੰਵਿਧਾਨ ਦੀਆਂ ਧਾਰਾਵਾਂ ਦੇ ਅਨੁਸਾਰ ਨਹੀਂ ਚੱਲ ਰਿਹਾ, ਤਾਂ ਮਤਲਬ ਜਦੋਂ ਉਸਨੂੰ ਰਾਸ਼ਟਰਪਤੀ ਨੂੰ ਇਹ ਖਬਰ ਮਿਲੇ ਕਿ ਜਿਹੜਾ ਰਾਜ ਹੈ, ਕੋਈ ਵੀ ਰਾਜ, ਫੋਰ ਐਗਜ਼ਾਮਪਲ ਪੰਜਾਬ ਹੈ, ਤਾਂ ਉਸ ਦੇ ਅੰਦਰ ਪ੍ਰੋਪਰ ਸ਼ਾਸਨ ਨਹੀਂ ਚੱਲ ਰਿਹਾ, ਵੀ ਮਤਲਬ ਬਹੁਤ ਹੀ ਪ੍ਰੋਬਲਮੈਟਿਕ ਚੀਜ਼ਾਂ ਚੱਲ ਰਹੀਆਂ, ਦੰਗੇ ਫਸਾਦ ਹੋ ਰਹੇ, ਇਹ ਉਹ ਹੋ ਰਿਹਾ, ਤਾਂ ਉਸ ਦੇ ਅਕੋਰਡਿੰਗ, ਜਾਂ ਫਿਰ ਰਾਜ ਦੇ ਗਵਰਨਰ ਚੰਗੀ ਤਰ੍ਹਾਂ ਨਹੀਂ ਚਲਾ ਰਹੇ, ਤਾਂ ਕਿਵੇਂ ਵੀ ਉਸਨੂੰ ਅਗਰ ਇਹ ਚੀਜ਼ ਦਾ ਵਿਸ਼ਵਾਸ ਹੋ ਜੇ। ਸੰਸਦ ਦੀ ਮਨਜ਼ੂਰੀ ਤੋਂ ਬਿਨਾਂ ਇਹ ਘੋਸ਼ਣਾ 2 ਮਹੀਨੇ ਤੱਕ ਲਾਗੂ ਰਹਿ ਸਕਦੀ ਹੈ। ਜਦੋਂ ਸੰਸਦ ਦੀ ਮਨਜ਼ੂਰੀ ਮਿਲ ਗਈ ਤਾਂ ਇਹ ਘੋਸ਼ਣਾ 6 ਮਹੀਨੇ ਤੱਕ ਲਾਗੂ ਕੀਤੀ ਜਾ ਸਕਦੀ ਹੈ। ਅਗਰ 6 ਮਹੀਨੇ ਵੀ ਹਾਲਾਤ ਨਹੀਂ ਸੁਧਰਦੇ ਤਾਂ ਹੋਰ ਵੀ ਅੱਗੇ ਲਾਗੂ ਹੋ ਸਕਦੀ ਹੈ। ਤਾਂ ਕਮੈਂਟ ਕਰਕੇ ਦੱਸਿਓ ਕਿ ਕਿੰਨੀ ਵਾਰ ਭਾਰਤ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਚੁੱਕਿਆ ਹੁਣ ਤੱਕ। ਸਮਵਰਤੀ ਸੂਚੀ ਕੀ ਹੁੰਦੀ ਹੈ? ਸਮਵਰਤੀ ਸੂਚੀ ਦੇ ਵਿੱਚ 52 ਵਿਸ਼ੇ ਨੇ। ਵਿਆਹ, ਤਲਾਕ, ਦੰਡ, ਕ੍ਰਿਮੀਨਲ ਲਾਅ ਹੋ ਗਿਆ, ਸਿਵਲ ਪ੍ਰੋਸੀਜਰ ਹੋ ਗਿਆ, ਟਰਸਟ ਹੋ ਗਿਆ, ਸਮਾਚਾਰ ਪੱਤਰ, ਨਿਊਜ਼ਪੇਪਰ, ਪੁਸਤਕਾਂ, ਛਾਪਾਖਾਨਾ, ਬਿਜਲੀ, ਮਿਲਾਵਟ, ਆਰਥਿਕ ਅਤੇ ਸਮਾਜਿਕ ਯੋਜਨਾਵਾਂ, ਕਾਰਖਾਨੇ ਵਗੈਰਾ, ਇਹ ਸਾਰੇ ਸਮਵਰਤੀ ਸੂਚੀ 'ਚ ਸ਼ਾਮਿਲ ਹੈ। ਇਹਨਾਂ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਜਿਹੜਾ ਹੈ ਸੰਘ ਅਤੇ ਰਾਜ ਦੋਨਾਂ ਨੂੰ ਪ੍ਰਾਪਤ ਹੈ। ਕੇਂਦਰ ਅਤੇ ਰਾਜ ਵੱਲੋਂ ਨਿਰਮਾਣ ਕੀਤੇ ਹੋਏ ਅਗਰ ਕੋਈ ਕਾਨੂੰਨ ਪਰਸਪਰ ਵਿਰੋਧੀ ਹੋਣਗੇ ਤਾਂ ਅਜਿਹੀ ਹਾਲਤ ਦੇ ਵਿੱਚ ਸੰਘੀ ਕਾਨੂੰਨ ਨੂੰ ਪ੍ਰਧਾਨਤਾ ਮਿਲਦੀ ਹੈ ਅਤੇ ਰਾਜ ਸਰਕਾਰ ਦਾ ਕਾਨੂੰਨ ਉਦੋਂ ਉਸ ਹੱਦ ਤੱਕ ਰੱਦ ਹੋ ਜਾਂਦਾ ਹੈ ਜਿਸ ਹੱਦ ਤੱਕ ਰਾਜ ਦਾ ਕਾਨੂੰਨ ਸੰਘੀ ਕਾਨੂੰਨ ਦਾ ਵਿਰੋਧ ਕਰਦਾ ਹੈ। ਸੰਘਵਾਦ ਤੇ ਨੋਟ ਲਿਖੋ। ਤਾਂ ਸੰਘਵਾਦ ਦਾ ਅਰਥ ਕੀ ਹੈਗਾ? ਫੈਡਰਲਿਜ਼ਮ। ਠੀਕ ਹੈ। ਲੈਟਿਨ ਭਾਸ਼ਾ ਦੇ ਸ਼ਬਦ ਫੋਇਡਸ ਤੋਂ ਲਿਆ ਗਿਆ ਜਿਸ ਦਾ ਅਰਥ ਹੈ ਕੋਈ ਵੀ ਸਮਝੌਤਾ, ਕੋਈ ਵੀ ਸੰਧੀ। ਤਾਂ ਸੰਘਾਤਮਕ ਸਰਕਾਰ ਉਹ ਹੈ ਜਿਸ ਦਾ ਨਿਰਮਾਣ ਸੁਤੰਤਰ ਰਾਜ ਆਪਣੀ ਇੱਛਾ ਅਨੁਸਾਰ ਇੱਕ ਸਮਝੌਤੇ ਦੁਆਰਾ ਕਰਦਾ ਹੈ। ਹੈਮਿਲਟਨ ਅਨੁਸਾਰ ਕੁਝ ਰਾਜਾਂ ਨੂੰ ਮਿਲਾ ਕੇ ਬਣੇ ਹੋਏ ਨਵੇਂ ਰਾਜ ਨੂੰ ਸੰਘ ਕਹਿੰਦੇ ਨੇ। ਜੈਲਨੈਕ ਕਹਿ ਰਹੇ ਨੇ ਕਿ ਸੰਘਾਤਮਕ ਰਾਜ ਕਈ ਰਾਜਾਂ ਦੇ ਮੇਲ ਤੋਂ ਬਣਿਆ ਹੋਇਆ ਇੱਕ ਪ੍ਰਭੂ ਸੱਤਾ ਸੰਪੰਨ ਰਾਜ ਹੁੰਦਾ ਹੈ। ਸੋ ਇਹ ਸੀ ਅੱਜ ਦਾ ਵੀਡੀਓ। ਨੈਕਸਟ ਵੀਡੀਓ ਹੋਏਗਾ ਮੌਲਿਕ ਅਧਿਕਾਰਾਂ ਤੇ ਅਤੇ ਮੌਲਿਕ ਕਰਤੱਵਾਂ ਦੇ ਉੱਤੇ। ਥੈਂਕ ਯੂ ਸੋ ਮਚ। ਮਿਲਦੇ ਨਵੇਂ ਵੀਡੀਓ ਦੇ ਨਾਲ।